ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਬੁਨਿਆਦਾਂ। ਹਮਦਰਦੀ। ਹਮਦਰਦੀ ਕਿਸੇ ਨੂੰ ਸਮਝਣ, ਉਸ ਦੇ ਨੇੜੇ ਹੋਣ, ਪਿਆਰ, ਅਸਹਿ ਘਾਟਾ ਵੰਡਣ ਅਤੇ ਉਸ ਨੂੰ ਆਪਣਾ ਬਣਾਉਣ ਦਾ ਵਸੀਲਾ ਹੁੰਦੀ ਹੈ। ਪਿਆਰ, ਹਮਦਰਦੀ, ਸੇਵਾ, ਸਹਿਯੋਗ ਆਦਿ ਸਾਰੀਆਂ ਚੰਗੀਆਂ ਅਤੇ ਸਹਿਯੋਗੀ ਭਾਵਨਾਵਾਂ ਆਪਸ ਵਿੱਚ ਜੁੜੀਆਂ ਹੋਈਆਂ ਹਨ। ਸਾਨੂੰ ਆਪਣੇ ਆਪ ਬਾਰੇ ਸੋਝੀ ਹੋਰਾਂ ਦੇ ਸੰਪਰਕ ਵਿੱਚ ਆਉਣ ਰਾਹੀਂ ਮਿਲਦੀ ਹੈ। ਉਹਨਾਂ ਪ੍ਰਤੀ ਅਤੇ ਉਹਨਾਂ ਰਾਹੀਂ ਹਮਦਰਦੀ ਦੇ ਭਾਵਾਂ ਨਾਲ ਸਾਡਾ ਉਹਨਾਂ ਨਾਲ ਰਿਸ਼ਤਾ ਗੂੜ੍ਹਾ ਅਤੇ ਮਿੱਠਾ ਬਣ ਜਾਂਦਾ ਹੈ। ਹਮਦਰਦੀ ਰਾਹੀਂ ਅਸੀਂ ਦੂਜਿਆਂ ਦੇ ਮਨਾਂ ਵਿੱਚ ਝਾਕਣ, ਸਾਂਝ ਉਪਜਾਉਣ ਅਤੇ ਆਪਣੇ ਆਪ ਨੂੰ ਨਿਖਾਰਨ ਦਾ ਯਤਨ ਕਰਦੇ ਹਾਂ। ਯਥਾਰਥ ਬਦਲਦਾ ਰਹਿੰਦਾ ਹੈ, ਪਰ ਹਮਦਰਦੀ ਕਾਰਨ ਰਿਸ਼ਤੇ ਲੰਮੀ ਸੋਚ ਕਰਕੇ ਸਥਿਰ, ਹੰਢਣਸਾਰ ਅਤੇ ਨਿੱਘੇ ਬਣੇ ਰਹਿੰਦੇ ਹਨ। ਗੱਲਬਾਤ ਰਿਸ਼ਤਿਆਂ ਕਾਰਨ ਨਹੀਂ ਹੁੰਦੀ, ਗੱਲਬਾਤ ਹੀ ਰਿਸ਼ਤਾ ਹੁੰਦੀ ਹੈ। ਅਸੀਂ ਸਾਰੇ ਚਾਹੁੰਦੇ ਹਾਂ ਕਿ ਦੂਜਿਆਂ ਦੀ ਸਾਡੇ ਬਾਰੇ ਰਾਏ ਚੰਗੀ ਹੋਵੇ, ਉਹ ਸਾਡੇ ਅਤੇ ਅਸੀਂ ਉਹਨਾਂ ਦੇ ਗੁਣਾਂ ਨੂੰ ਵੇਖੀਏ, ਮਾਣੀਏ ਅਤੇ ਇੱਕ ਦੂਜੇ ਨੂੰ ਪਸੰਦ ਕਰੀਏ। ਅਸੀਂ ਜਾਣਦੇ ਹਾਂ ਕਿ ਕਿਸੇ ਕੋਲ ਵੀ ਇਤਨੇ ਵਸੀਲੇ ਨਹੀਂ ਹੁੰਦੇ ਕਿ ਉਸ ਨੂੰ ਕਿਸੇ ਹੋਰ ਦੀ ਲੋੜ ਹੀ ਨਾ ਪਵੇ। ਸੋ ਭਰਪੂਰ ਜੀਵਨ ਜਿਉਣ ਲਈ ਸਾਨੂੰ ਸਾਰਿਆਂ ਦੀ ਅਤੇ ਸਾਰੇ ਸੰਸਾਰ ਦੀ ਲੋੜ ਪੈਂਦੀ ਹੈ। ਹਮਦਰਦੀ ਰਾਹੀਂ ਅਸੀਂ ਉਹ ਸਾਂਝੇ ਮੁੱਦੇ, ਵਿਚਾਰ ਅਤੇ ਭਾਵਨਾਵਾਂ ਚੁਣਦੇ ਹਾਂ ਜਿਨ੍ਹਾਂ ਬਾਰੇ ਸਾਡੀ ਸਹਿਮਤੀ ਹੁੰਦੀ ਹੈ। ਸਾਂਝ ਹਮਦਰਦੀ ਦੀਆਂ ਅਤੇ ਹਮਦਰਦੀ ਸਹਿਯੋਗ ਦੀਆਂ ਭਾਵਨਾਵਾਂ ਉਸਾਰਦੀ ਹੈ। ਉਂਝ ਨਿਰਭਰਤਾ ਤਰਸ ਉਪਜਾਉਂਦੀ ਹੈ, ਪਰ ਬਰਾਬਰੀ ਵਾਲੇ ਵਿਹਾਰ ਨਾਲ ਹਮਦਰਦੀ ਉਸਰਦੀ ਹੈ। ਜਦੋਂ ਕੇਵਲ ਹਮਦਰਦੀ ਨਾਲ ਨਹੀਂ ਸਰਦਾ ਅਤੇ ਬਰਾਬਰੀ ਉਸਾਰਨ ਦੀ ਸੰਭਾਵਨਾ ਨਹੀਂ ਹੁੰਦੀ, ਤਾਂ ਅਜਿਹੇ ਸਮੇਂ ਹਮਦਰਦੀ ਤਰਸ ਬਣ ਜਾਂਦੀ ਹੈ। ਮੰਗਤੇ 'ਤੇ ਅਸੀਂ ਤਰਸ ਕਰਦੇ ਹਾਂ, ਪਰ ਗੁਆਂਢੀ ਨਾਲ ਹਮਦਰਦੀ ਪ੍ਰਗਟਾਉਂਦੇ ਹਾਂ। ਜਦੋਂ ਵੱਡਾ ਸਦਮਾ ਜਾਂ ਅਸਹਿ ਘਾਟਾ ਪਿਆ ਹੋਵੇ ਅਤੇ ਜਦੋਂ ਕੇਵਲ ਹਮਦਰਦੀ ਨਾਲ ਨਹੀਂ ਸਰਦਾ, ਤਾਂ ਤਰਸ ਕਾਰਨ ਅਸੀਂ ਮਾਇਕ ਸਹਿਯੋਗ ਵੀ ਦਿੰਦੇ ਹਾਂ। ਮਾਇਕ ਸਹਿਯੋਗ ਅਕਸਰ ਉਸ ਨੂੰ ਦਿੱਤਾ ਜਾਂਦਾ ਹੈ ਜਿਹੜਾ ਨਿਆਸਰਾ ਹੋਵੇ ਅਤੇ ਜਿਸ ਕੋਲ ਆਪਣੀਆਂ ਸਮੱਸਿਆਵਾਂ ਜਾਂ ਅਚਾਨਕ ਉਪਜੀਆਂ ਮੁਸ਼ਕਲਾਂ ਆਪ ਹੱਲ ਕਰਨ ਦੀ ਸਮਰੱਥਾ ਨਾ ਹੋਵੇ। ਤਰਸ ਕਰਨ ਲਈ ਸਾਨੂੰ ਕਿਸੇ ਤੋਂ ਉਸ ਦੇ ਸਾਰੇ ਵੇਰਵੇ ਨਹੀਂ ਸੁਣਨੇ ਪੈਂਦੇ। ਜੋ ਦਿਸ ਰਿਹਾ ਜਾਂ ਦੱਸਿਆ ਗਿਆ ਹੁੰਦਾ ਹੈ, ਉਹ ਹੀ ਕਾਫੀ ਹੁੰਦਾ ਹੈ। ਪਰ ਹਮਦਰਦੀ ਵਿੱਚ ਅਸੀਂ ਵੱਧ ਤੋਂ ਵੱਧ ਵੇਰਵੇ ਸੁਣਨੇ ਚਾਹੁੰਦੇ ਹਾਂ, ਕਿਉਂਕਿ ਕਿਸੇ ਨੂੰ ਸੁਣਨਾ ਵੀ ਹਮਦਰਦੀ ਪ੍ਰਗਟਾਉਣ ਦਾ ਢੰਗ ਹੁੰਦਾ ਹੈ। ਹਮਦਰਦੀ ਕਿਸੇ ਦਾ ਦੁੱਖ, ਦਰਦ ਅਤੇ ਸੰਤਾਪ ਘਟਾਉਣ ਵਾਲੀ ਜੁਗਤ ਹੈ, ਜਦੋਂ ਕਿ ਤਰਸ ਮਾਇਕ ਘਾਟਾ ਪੂਰਾ ਕਰਨ ਵਾਲੀ ਵਿਧੀ ਹੈ। ਕਿਸੇ ਵੱਲੋਂ ਆਪਣੇ ਆਪ ਨੂੰ ਤਰਸ ਦਾ ਪਾਤਰ ਬਣਾਉਣਾ ਇਸ ਗੱਲ ਦਾ ਐਲਾਨ ਹੁੰਦਾ ਹੈ ਕਿ ਮੈਂ ਔਸਤ ਨਾਲੋਂ ਵੀ ਨੀਵਾਂ ਹਾਂ ਅਤੇ ਮੈਂ ਆਪਣੀ ਮਦਦ ਆਪ ਕਰਨ ਅਤੇ ਆਪਣੀ ਸਮੱਸਿਆ ਆਪ ਹੱਲ ਕਰਨ ਦੇ ਯੋਗ ਨਹੀਂ। ਹੀਨ ਭਾਵਨਾ ਵਾਲੇ ਲੋਕ ਤਰਸ ਵਾਲੀਆਂ ਹਾਲਤਾਂ ਉਪਜਾਉਂਦੇ ਰਹਿੰਦੇ ਹਨ। ਕੋਈ ਵੀ ਸਵੈ ਵਿਸ਼ਵਾਸ ਵਾਲਾ, ਸਮਰੱਥ ਅਤੇ ਰਿਸ਼ਟ ਪੁਸ਼ਟ ਵਿਅਕਤੀ ਕਿਸੇ ਵੱਲੋਂ ਤਰਸ ਕੀਤੇ ਜਾਣ ਨੂੰ ਉਵੇਂ ਹੀ ਆਪਣਾ ਅਪਮਾਨ ਸਮਝੇਗਾ ਜਿਵੇਂ ਕਿਸੇ ਰੱਜਦੇ ਪੁੱਜਦੇ ਵਿਅਕਤੀ ਨੂੰ ਵਿਚਾਰਾ ਕਹਿ ਦਿੱਤਾ ਜਾਵੇ। ਭੂਚਾਲ ਜਾਂ ਤੂਫਾਨ ਦੀ ਹਾਲਤ ਵਿੱਚ ਗਰੀਬ ਮੁਲਕ ਅਮੀਰ ਮੁਲਕਾਂ ਤੋਂ ਮਦਦ ਮੰਗਦੇ ਅਤੇ ਲੈਂਦੇ ਹਨ। ਪਰ ਪਿੱਛੇ ਜਿਹੇ ਜਦੋਂ ਚੀਨ ਵਿੱਚ ਭੂਚਾਲ ਆਇਆ ਤਾਂ ਚੀਨ ਨੇ ਐਲਾਨ ਕੀਤਾ ਸੀ ਕਿ ਕੋਈ ਬਾਹਰਲੀ ਮਦਦ ਸਵੀਕਾਰ ਨਹੀਂ ਕੀਤੀ ਜਾਵੇਗੀ। ਪਰ ਕੁਝ ਸਾਲ ਪਹਿਲੇ ਜਦੋਂ ਗੁਜਰਾਤ ਵਿੱਚ ਭੂਚਾਲ ਆਇਆ ਤਾਂ ਅਮਰੀਕਾ ਅਤੇ ਹੋਰ ਦੇਸ਼ਾਂ ਨੇ ਭਾਰੀ ਮਦਦ ਭੇਜੀ ਸੀ ਅਤੇ ਉਸ ਵੇਲੇ ਦੂਰ ਦੁਰਾਡੇ ਸੂਬਿਆਂ ਦੇ ਮੰਗਤੇ ਵੀ ਗੁਜਰਾਤ ਪਹੁੰਚ ਕੇ ਭੂਚਾਲ ਪੀੜਤ ਬਣ ਗਏ ਸਨ। ਗਰੀਬ ਮੁਲਕਾਂ ਵਿੱਚ ਹਮਦਰਦੀ ਘੱਟ ਅਤੇ ਤਰਸ ਦੀ ਭਾਵਨਾ ਵਧੇਰੇ ਹੁੰਦੀ ਹੈ। ਹਮਦਰਦੀ ਅਤੇ ਤਰਸ ਦਾ ਸਰੋਤ ਧਰਮ ਹੁੰਦਾ ਹੈ। ਵਿਗਿਆਨ ਦੀ ਦ੍ਰਿਸ਼ਟੀ ਤੋਂ ਹਮਦਰਦੀ ਦੇ ਕੋਈ ਅਰਥ ਨਹੀਂ। ਭਾਰਤੀ ਧਰਮ ਦਾਨ ਦੇਣ ਨੂੰ ਉਤਸ਼ਾਹ ਦਿੰਦੇ ਹਨ। ਜੇ ਦਾਨ ਦਿੱਤਾ ਜਾਣਾ ਹੈ ਤਾਂ ਦਾਨ ਲੈਣ ਵਾਲੇ ਵੀ ਹੋਣੇ ਚਾਹੀਦੇ ਹਨ। ਇਸੇ ਲਈ ਭਾਰਤੀ ਧਾਰਮਿਕ ਸਥਾਨਾਂ 'ਤੇ ਮੰਗਤਿਆਂ ਦੀ ਭਰਮਾਰ ਹੁੰਦੀ ਹੈ। ਤਰਸ ਦੀ ਭਾਵਨਾ ਵਿਕਾਸ ਦੀ ਵਿਰੋਧੀ ਭਾਵਨਾ ਹੈ। ਇਹ ਸਵੈ ਵਿਸ਼ਵਾਸ ਨੂੰ ਮਾਰਦੀ ਅਤੇ ਚੰਗੇ ਭਲੇ ਵਿਅਕਤੀਆਂ ਨੂੰ ਮੰਗਤੇ ਬਣਾ ਦਿੰਦੀ ਹੈ। ਅਸਫਲਤਾ, ਵਿਛੋੜਾ, ਹਾਦਸਾ, ਨੁਕਸਾਨ ਆਦਿ ਹਰ ਕਿਸੇ ਨਾਲ ਵਾਪਰਨ ਵਾਲੇ ਅਜਿਹੇ ਵਰਤਾਰੇ ਹੁੰਦੇ ਹਨ ਜਿਹੜੇ ਹਮਦਰਦੀ ਦੇ ਭਾਵ ਜਗਾਉਂਦੇ ਹਨ। ਹਮਦਰਦੀ ਨੂੰ ਮਹਿਸੂਸ ਦਿਲ ਕਰਦਾ ਹੈ, ਪਰ ਇਸ ਦੀ ਲੋੜ ਮਨ ਉਪਜਾਉਂਦਾ ਹੈ। ਹਮਦਰਦੀ ਮਨ ਦੀ ਅਮੀਰੀ ਵਿੱਚੋਂ ਉਪਜਦੀ ਹੈ। ਹਮਦਰਦੀ ਨੂੰ ਪ੍ਰਗਟਾਉਣ ਲਈ ਗਿਆਨਵਾਨ ਜਾਂ ਅਨਪੜ੍ਹ ਹੋਣਾ ਕੋਈ ਅਰਥ ਨਹੀਂ ਰੱਖਦਾ। ਇਸ ਲਈ ਲੋੜ ਹਰ ਕਿਸੇ ਨੂੰ ਪੈਂਦੀ ਹੈ।
ਇਸ ਦੀ ਲੋੜ ਹਰ ਕਿਸੇ ਨੂੰ ਪੈਂਦੀ ਹੈ। ਇਸ ਨੂੰ ਹਰ ਕੋਈ ਪ੍ਰਗਟਾ ਸਕਦਾ ਹੈ। ਸਮਾਜ ਵਿੱਚ ਹੋਰਾਂ ਨੂੰ ਸਮਝਣ ਤੋਂ ਬਿਨਾਂ ਆਪ ਮਹੱਤਵਪੂਰਨ ਨਹੀਂ ਬਣਿਆ ਜਾ ਸਕਦਾ। ਹੋਰਾਂ ਨੂੰ ਸਮਝਣ ਲਈ ਹਮਦਰਦੀ ਬੜਾ ਕਾਰਗਰ ਵਸੀਲਾ ਹੁੰਦੀ ਹੈ। ਕਿਸੇ ਵਿੱਚ ਹਮਦਰਦੀ ਜਿਤਨੀ ਵੱਧ ਹੋਵੇਗੀ, ਉਸ ਵਿੱਚ ਇਨਸਾਨੀਅਤ ਅਤੇ ਸਹਿਯੋਗ ਦੀ ਭਾਵਨਾ ਵੀ ਉਤਨੀ ਵਧੇਰੇ ਹੋਵੇਗੀ। ਇਨਸਾਨੀਅਤ ਪਸ਼ੂਆਂ ਪ੍ਰਤੀ ਵਿਹਾਰ ਵਿੱਚ ਵੀ ਹਮਦਰਦੀ ਭਰ ਦਿੰਦੀ ਹੈ। ਸਿਧਾਂਤਕ ਸੋਚਾਂ ਵਾਲਿਆਂ ਨਾਲੋਂ ਹੱਥੀਂ ਕੰਮ ਕਰਨ ਵਾਲਿਆਂ ਵਿੱਚ ਹਮਦਰਦੀ ਵਧੇਰੇ ਹੁੰਦੀ ਹੈ। ਜੇ ਕਿਸੇ ਵਿੱਚ ਹਮਦਰਦੀ ਦੀ ਭਾਵਨਾ ਨਹੀਂ ਤਾਂ ਉਸ ਕੋਲ ਕੁਝ ਵੀ ਹੋਵੇ, ਉਸ ਦਾ ਕੋਈ ਮਹੱਤਵ ਨਹੀਂ ਹੁੰਦਾ। ਹਮਦਰਦੀ ਮਨੁੱਖ ਦੇ ਮਨੁੱਖ ਹੋਣ ਦੀ ਪਛਾਣ ਹੁੰਦੀ ਹੈ। ਬਹੁਤੇ ਲੋਕ ਰਸਮੀ ਹਮਦਰਦੀ ਪ੍ਰਗਟਾਉਂਦੇ ਹਨ। ਜੇ ਕੋਈ ਅਫਸਰ ਹਸਪਤਾਲ ਵਿੱਚ ਦਾਖਲ ਹੋਵੇ ਤਾਂ ਉਸ ਪ੍ਰਤੀ ਹਮਦਰਦੀ ਰਸਮੀ ਹੀ ਹੋ ਸਕਦੀ ਹੈ, ਪਰ ਨਿਰਸਵਾਰਥ ਹਮਦਰਦੀ ਦਾ ਸਥੂਲ ਪ੍ਰਗਟਾਵਾ ਲੰਮਾ ਅਰਸਾ ਯਾਦ ਰਹਿੰਦਾ ਹੈ। ਇੱਕ ਵਿਅਕਤੀ ਦੀ ਲੱਤ ਟੁੱਟ ਗਈ। ਉਸ ਦੇ ਦੋਸਤਾਂ, ਮਿੱਤਰਾਂ ਅਤੇ ਸਹਿਕਰਮੀਆਂ ਨੇ ਹਮਦਰਦੀ ਪ੍ਰਗਟਾਈ, ਪਰ ਇੱਕ ਹਮਦਰਦ ਉਸ ਲਈ ਭੁੰਨਿਆ ਹੋਇਆ ਮੁਰਗਾ ਲੈ ਕੇ ਆਇਆ। ਇਹ ਹਮਦਰਦੀ ਦਾ ਸਥੂਲ ਪ੍ਰਗਟਾਵਾ ਸੀ। ਮਕਾਨ ਪਾ ਰਹੇ ਇੱਕ ਵਿਅਕਤੀ ਦਾ ਰਾਜ ਮਿਸਤਰੀ ਕਮਜ਼ੋਰੀ ਕਾਰਨ ਬਿਮਾਰ ਪੈ ਗਿਆ। ਮਕਾਨ ਮਾਲਕ ਉਸ ਲਈ 50 ਆਂਡੇ ਲੈ ਕੇ ਉਸ ਦਾ ਜਦੋਂ ਹਾਲ ਚਾਲ ਪੁੱਛਣ ਆਇਆ ਤਾਂ ਮਿਸਤਰੀ ਨੇ ਪ੍ਰਸੰਨ ਹੋ ਕੇ ਕਿਹਾ, ਹੁਣ ਮੇਰੀ ਹੀ ਨਹੀਂ, ਮੇਰੇ ਪਰਿਵਾਰ ਦੀ ਵੀ ਕਮਜ਼ੋਰੀ ਦੂਰ ਹੋ ਜਾਵੇਗੀ। ਬੇਨੇਮੀ ਜਾਂ ਅਤੀ ਅਧਿਕ ਹਮਦਰਦੀ ਸ਼ੱਕ ਉਪਜਾਉਂਦੀ ਹੈ। ਜਿਸ ਨਾਲ ਬਹੁਤ ਅਧਿਕ ਹਮਦਰਦੀ ਪ੍ਰਗਟਾਈ ਜਾਏ, ਉਹ ਸੁਚੇਤ ਹੋ ਜਾਂਦਾ ਹੈ, ਜਿਵੇਂ ਉਸ ਨਾਲ ਕੋਈ ਧੋਖਾ ਹੋਣ ਲੱਗਾ ਹੋਵੇ। ਜੇ ਕੋਈ ਪੁਰਸ਼ ਕਿਸੇ ਇਸਤਰੀ ਨਾਲ ਬੇਲੋੜੀ ਹਮਦਰਦੀ ਪ੍ਰਗਟਾਏ ਤਾਂ ਇਸਤਰੀ ਸਾਵਧਾਨ ਹੋ ਜਾਂਦੀ ਹੈ। ਜਿਹੜਾ ਹਰ ਕਿਸੇ ਨਾਲ ਹਮਦਰਦੀ ਪ੍ਰਗਟਾਉਂਦਾ ਹੈ, ਉਸ ਨੂੰ ਅਯੋਗ ਲਾਭ ਲੈਣ ਵਾਲੇ ਸਵਾਰਥੀ ਅਤੇ ਗਲਤ ਬੰਦੇ ਘੇਰ ਲੈਂਦੇ ਹਨ। ਉਂਝ ਤਾਂ ਹਮਦਰਦੀ ਸਭ ਵਿੱਚ ਹੋਣੀ ਚਾਹੀਦੀ ਹੈ, ਪਰ ਡਾਕਟਰਾਂ, ਅਧਿਆਪਕਾਂ, ਪੁਰੋਹਿਤਾਂ, ਕਲਾਕਾਰਾਂ, ਕਵੀਆਂ ਆਦਿ ਵਿੱਚ ਇਹ ਵਧੇਰੇ ਹੁੰਦੀ ਹੈ ਅਤੇ ਹੋਣੀ ਚਾਹੀਦੀ ਹੈ। ਹਮਦਰਦੀ ਮੋਹ ਦਾ ਪ੍ਰਗਟਾਵਾ ਕਰਦੀ ਹੈ। ਮੋਹ ਸਮੁੱਚੇ ਜੀਵ ਜੰਤੂ ਜਗਤ ਦੀ ਮੂਲ ਪ੍ਰਵਿਰਤੀ ਹੈ। ਪੁਰਸ਼ ਅਤੇ ਇਸਤਰੀ ਵਿਚਕਾਰ ਮੋਹ ਭਰੀ ਹਮਦਰਦੀ ਅਤੇ ਸਾਂਝ ਸੁਭਾਵਕ ਹੁੰਦੀ ਹੈ, ਪਰ ਇਹ ਹੁੰਦੀ ਬੜੀ ਗੁੰਝਲਦਾਰ ਅਤੇ ਜਟਿਲ ਹੈ। ਮਨੁੱਖ ਲਈ ਪਿਆਰ ਅਤੇ ਮੋਹ ਹਮਦਰਦੀ ਨਾਲੋਂ ਵਡੇਰੀਆਂ ਲੋੜਾਂ ਹਨ। ਪਿਆਰ ਅਤੇ ਮੋਹ ਅਤੇ ਸਾਥ ਦੀ ਤਾਂਘ ਕਾਰਨ ਇਸਤਰੀ ਪੁਰਸ਼ ਇੱਕ ਦੂਜੇ ਦੀ ਜ਼ਿੰਦਗੀ ਵਿੱਚ ਪ੍ਰਵੇਸ਼ ਕਰਦੇ ਹਨ ਅਤੇ ਇੱਕ ਦੂਜੇ ਤੋਂ ਬਿਨਾਂ ਦੋਵੇਂ ਅਧੂਰੇ, ਸੁਸਤ, ਥੱਕੇ ਹੋਏ, ਸੀਮਤ ਅਤੇ ਨੀਮ ਪਾਗਲ ਪ੍ਰਤੀਤ ਹੁੰਦੇ ਹਨ। ਪਿਆਰ ਅਨੇਕਾਂ ਢੰਗਾਂ ਨਾਲ ਸੰਚਾਰ ਦਾ ਰਾਹ ਖੋਲ੍ਹਦਾ ਹੈ। ਇਸ ਨਾਲ ਅਸੀਂ ਵਿਕਾਸ ਵੀ ਕਰਦੇ ਹਾਂ ਅਤੇ ਵਿਸ਼ਾਲ ਅਤੇ ਡੂੰਘੇ ਵੀ ਹੁੰਦੇ ਹਾਂ। ਜਦੋਂ ਸਾਨੂੰ ਪਿਆਰ ਅਤੇ ਹਮਦਰਦੀ ਮਿਲਦੇ ਹਨ ਤਾਂ ਅਸੀਂ ਹੋਰਾਂ ਨੂੰ ਦੇਣ ਯੋਗ ਹੁੰਦੇ ਹਾਂ। ਜਿਸ ਨਾਲ ਪਿਆਰ ਹੁੰਦਾ ਹੈ, ਉਸਦੇ ਦੁੱਖ ਸੁੱਖ ਸਾਡੇ ਆਪਣੇ ਹੋ ਨਿਬੜਦੇ ਹਨ। ਪਿਆਰ ਅਤੇ ਹਮਦਰਦੀ ਅਕਸਰ ਇਕੱਠੇ ਹੀ ਹੁੰਦੇ ਹਨ। ਇਹ ਇੱਕ ਦੂਜੇ ਨੂੰ ਨਿਰੰਤਰ ਤਾਲ ਅਤੇ ਉਤਸ਼ਾਹ ਦਿੰਦੇ ਹਨ। ਪਿਆਰ ਵਿੱਚੋਂ ਹੀ ਪਰਮਾਤਮਾ ਦੀ ਸੋਝੀ ਮਿਲਦੀ ਹੈ। ਜਦੋਂ ਹਮਦਰਦੀ ਦਾ ਮਹੱਤਵ ਪਤਾ ਲੱਗ ਜਾਂਦਾ ਹੈ ਤਾਂ ਸਮਾਜ ਅਤੇ ਸੰਸਾਰ ਦੇ ਮਹੱਤਵ ਦੀ ਸਮਝ ਵੀ ਆ ਜਾਂਦੀ ਹੈ। ਦੁੱਖ ਸੁੱਖ ਰਾਹੀਂ ਅਸੀਂ ਨਫ਼ਰਤ ਹਮਦਰਦੀ ਦਾ ਅੰਤਰ ਸਮਝਦੇ ਹਾਂ ਅਤੇ ਮਾਪਿਆਂ, ਅਧਿਆਪਕਾਂ, ਦੋਸਤਾਂ, ਸਹੇਲੀਆਂ ਦਾ ਮਹੱਤਵ ਪਛਾਣਦੇ ਹਾਂ। ਹਮਦਰਦੀ ਨਾਲ ਨਜ਼ਰ ਕੂਲੀ ਹੋ ਜਾਂਦੀ ਹੈ, ਭਾਵ ਸੂਖਮ ਹੋ ਜਾਂਦੇ ਹਨ, ਬੋਲ ਮਿੱਠੇ ਹੋ ਜਾਂਦੇ ਹਨ ਅਤੇ ਸਾਰਾ ਸੰਸਾਰ ਆਪਣਾ ਲੱਗਣ ਲੱਗ ਪੈਂਦਾ ਹੈ। ਹਮਦਰਦੀ ਦਾ ਆਧਾਰ ਸਨੇਹ ਅਤੇ ਮਮਤਾ ਹਨ। ਹਮਦਰਦ ਵਿਅਕਤੀ ਚੰਗੇ, ਸਹੀ, ਉਦਾਰ, ਨਿਆਂਪੂਰਨ ਅਤੇ ਸਹਿਯੋਗੀ ਹੁੰਦੇ ਹਨ। ਸਰਬੱਤ ਦੇ ਭਲੇ ਦੀ ਗੱਲ ਕੋਈ ਨਾਨਕ ਹੀ ਕਰ ਸਕਦਾ ਹੈ। ਹੋਰਾਂ ਦੇ ਧਰਮ ਦੀ ਰੱਖਿਆ ਕੋਈ ਤੇਗ ਬਹਾਦਰ ਹੀ ਕਰ ਸਕਦਾ ਹੈ। ਜਿਨ੍ਹਾਂ ਵਿੱਚ ਹਮਦਰਦੀ ਦੇ ਭਾਵ ਹੁੰਦੇ ਹਨ, ਉਹਨਾਂ ਦੇ ਜਜ਼ਬੇ ਉੱਚੇ, ਭਾਵਨਾਵਾਂ ਪਵਿੱਤਰ ਅਤੇ ਤੱਕਣੀ ਵਿੱਚ ਮਮਤਾ ਹੁੰਦੀ ਹੈ। ਪੁਰਸ਼ ਸਮਾਜ ਦੀਆਂ ਸਮੱਸਿਆਵਾਂ ਸੁਲਝਾਉਣ ਵਿੱਚ ਮਾਹਿਰ ਹੁੰਦੇ ਹਨ। ਇਸਤਰੀਆਂ ਹਮਦਰਦੀ ਪ੍ਰਗਟਾਉਣ ਵਿੱਚ ਨਿਪੁੰਨ ਹੁੰਦੀਆਂ ਹਨ। ਮਦਰ ਟਰੇਸਾ ਨੇ ਆਪਣਾ ਦੇਸ਼ ਅਤੇ ਪਰਿਵਾਰ ਤਿਆਗ ਕੇ ਜਦੋਂ ਕਲਕੱਤੇ ਵਿੱਚ ਕਾਲੀ ਮੰਦਰ ਦੇ ਨੇੜੇ ਆਪਣਾ ਆਸ਼ਰਮ ਖੋਲ੍ਹਿਆ ਤਾਂ ਮੰਦਰ ਦੇ ਪੁਰੋਹਿਤਾਂ ਨੇ ਵਿਰੋਧ ਕੀਤਾ ਅਤੇ ਭਾਂਤ ਭਾਂਤ ਦੀਆਂ ਸਮੱਸਿਆਵਾਂ ਅਤੇ ਮੁਸ਼ਕਲਾਂ ਉਪਜਾਈਆਂ। ਪਰ ਜਦੋਂ ਇੱਕ ਪੁਰੋਹਿਤ ਨੂੰ ਤਪਦਿਕ ਹੋ ਗਈ ਤਾਂ ਉਸ ਦੇ ਸਾਥੀ ਪੁਰੋਹਿਤ ਵੀ ਉਸ ਤੋਂ ਦੂਰ ਹੋ ਗਏ। ਪਰ ਜਦੋਂ ਮੰਦਰ ਨੇ ਉਸ ਨੂੰ ਆਪਣੇ ਆਸ਼ਰਮ ਵਿੱਚ ਦਾਖਲ ਕਰਕੇ ਉਸ ਦੀ ਸੇਵਾ ਕੀਤੀ ਤਾਂ ਮਦਰ ਦੇ ਆਸ਼ਰਮ ਦੀ ਸਥਾਪਤੀ ਵਿੱਚ ਵਿਘਨ ਪਾਉਣ ਵਾਲੇ ਇਹੀ ਪੁਰੋਹਿਤ ਉਸ ਦੇ ਪ੍ਰਸ਼ੰਸਕ ਬਣ ਗਏ। ਹਿੰਦੂ ਹਿੰਦੂਆਂ ਲਈ, ਮੁਸਲਮਾਨ ਮੁਸਲਮਾਨਾਂ ਲਈ ਪਰਉਪਕਾਰ ਕਰਦੇ ਹਨ, ਪਰ ਈਸਾਈ ਧਰਮ ਦੀ ਮਦਰ ਟਰੇਸਾ ਨੇ ਆਪਣੇ ਆਸ਼ਰਮ ਦੇ ਦਰਵਾਜ਼ੇ ਸਾਰੇ ਧਰਮਾਂ ਦੇ ਪੀੜਤਾਂ ਲਈ ਖੋਲ੍ਹੇ ਹੋਏ ਸਨ।
ਜਦੋਂ ਤੇ ਜਿੱਥੇ ਭੁਚਾਲ ਆਉਂਦਾ ਹੈ, ਹੜ੍ਹਾਂ ਨਾਲ ਤਬਾਹੀ ਮੱਚਦੀ ਹੈ, ਤਾਂ ਉੱਥੇ ਸਿੱਖ ਲੰਗਰ ਲਾਉਂਦੇ ਹਨ ਅਤੇ ਇਹ ਲੰਗਰ ਕਾਮਯਾਬੀ ਨਾਲ ਚੱਲਦੇ ਹਨ। ਉਂਝ ਹਰ ਥਾਂ ਚੌਧਰ ਦੇ ਝਗੜੇ ਹੁੰਦੇ ਹਨ, ਪਰ ਮੁਸੀਬਤ ਵਿੱਚ ਘਿਰੇ ਲੋਕਾਂ ਪ੍ਰਤੀ ਹਮਦਰਦੀ ਵਿੱਚ ਲਾਏ ਲੰਗਰ ਵਿੱਚ ਇਸ ਕਰਕੇ ਕੋਈ ਵਿਘਨ ਨਹੀਂ ਪੈਂਦਾ, ਕਿਉਂਕਿ ਇਹ ਕਿਸੇ ਵਿਅਕਤੀ ਦਾ ਨਹੀਂ, ਗੁਰੂ ਦਾ ਲੰਗਰ ਬਣ ਜਾਂਦਾ ਹੈ, ਜਿਸ ਵਿੱਚ ਨਾ ਕੋਈ ਵਿਘਨ ਪਾਉਂਦਾ ਹੈ ਅਤੇ ਨਾ ਹੀ ਕੋਈ ਵਿਘਨ ਪੈਣ ਦਿੱਤਾ ਜਾਂਦਾ ਹੈ। ਸਭ ਪਾਸੇ ਹਮਦਰਦੀ ਅਤੇ ਸੇਵਾ ਦਾ ਬੋਲਬਾਲਾ ਹੁੰਦਾ ਹੈ। ਬੱਚਿਆਂ ਵਿੱਚ ਹਮਦਰਦੀ ਨਹੀਂ ਹੁੰਦੀ, ਉਹ ਕਿਸੇ ਦੇ ਨੁਕਸ ਨੂੰ ਆਪਣੇ ਮਨੋਰੰਜਨ ਦਾ ਬਹਾਨਾ ਬਣਾ ਲੈਂਦੇ ਹਨ। ਬੱਚਿਆਂ ਵਿੱਚ ਹਮਦਰਦੀ ਉਦੋਂ ਉਪਜਦੀ ਹੈ ਜਦੋਂ ਉਹ ਆਪ ਮੁਸ਼ਕਿਲਾਂ ਵਿੱਚ ਲੰਘਦੇ ਹਨ। ਬਜ਼ੁਰਗਾਂ ਕੋਲ ਆਪਣੀਆਂ ਹੀ ਸਮੱਸਿਆਵਾਂ ਇਤਨੀਆਂ ਹੁੰਦੀਆਂ ਹਨ ਕਿ ਉਹ ਆਪ ਹਮਦਰਦੀ ਦੇ ਤਾਂਘਵਾਨ ਹੁੰਦੇ ਹਨ। ਬਹੁਤ ਸੋਹਣੀਆਂ ਇਸਤਰੀਆਂ ਅਤੇ ਬਹੁਤ ਉੱਚੇ ਅਹੁਦਿਆਂ 'ਤੇ ਲੱਗੇ ਵਿਅਕਤੀਆਂ ਵਿੱਚ ਕਿਸੇ ਪ੍ਰਤੀ ਹਮਦਰਦੀ ਪ੍ਰਗਟਾਉਣ ਜਾਂ ਧਿਆਨ ਦੇਣ ਦੀ ਯੋਗਤਾ ਘੱਟ ਹੁੰਦੀ ਹੈ। ਧਿਆਨ ਪ੍ਰਾਪਤ ਕਰਨ ਦੀ ਹੀ ਆਦਤ ਹੁੰਦੀ ਹੈ। ਇਹਨਾਂ ਦੀ ਹਮਦਰਦੀ ਫੋਟੋਆਂ ਖਿਚਵਾਉਣ ਅਤੇ ਖਬਰਾਂ ਲਵਾਉਣ ਲਈ ਹੁੰਦੀ ਹੈ। ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿੱਚ ਪੁਰਸ਼ਾਂ ਦੇ ਮੁਕਾਬਲੇ ਮਹਿਲਾਵਾਂ ਵਿੱਚ ਅਮੀਰਾਂ ਦੇ ਮੁਕਾਬਲੇ ਗਰੀਬਾਂ ਵਿੱਚ ਮੈਦਾਨੀ ਇਲਾਕਿਆਂ ਦੇ ਮੁਕਾਬਲੇ ਪਹਾੜੀ ਲੋਕਾਂ ਵਿੱਚ ਹਮਦਰਦੀ ਵਧੇਰੇ ਹੁੰਦੀ ਹੈ। ਹਮਦਰਦੀ ਦਾ ਗਰੀਬੀ ਨਾਲ ਵੀ ਸਿੱਧਾ ਸੰਬੰਧ ਹੈ। ਜਿਉਂ-ਜਿਉਂ ਲੋਕਾਂ ਦੀ ਆਰਥਿਕ ਹਾਲਤ ਸੁਧਰਦੀ ਹੈ, ਤਿਉਂ-ਤਿਉਂ ਕਿਸੇ ਦੀ ਮਦਦ ਅਤੇ ਹਮਦਰਦੀ ਦੀ ਲੋੜ ਘਟਦੀ ਹੈ। ਮਾਇਕ ਸਹਾਇਤਾ ਰਿਸ਼ਤੇਦਾਰਾਂ ਤੋਂ ਨਹੀਂ, ਬੈਂਕਾਂ ਤੋਂ ਲਈ ਜਾਂਦੀ ਹੈ, ਜਿਸ ਨਾਲ ਨਿਰਭਰਤਾ ਵਾਲੇ ਵਿਹਾਰ ਦੀ ਥਾਂ ਸੁਤੰਤਰ ਵਿਹਾਰ ਦਾ ਬੋਲਬਾਲਾ ਹੁੰਦਾ ਹੈ। ਮਹਾਨਗਰਾਂ ਵਿੱਚ ਵਿਸ਼ਾਲ ਸਾਧਨਾਂ ਵਾਲੇ ਸਮਰੱਥ ਲੋਕ ਰਹਿੰਦੇ ਹਨ। ਇਸੇ ਕਰਕੇ ਇਹਨਾਂ ਨੂੰ ਰੁੱਖੇ ਅਤੇ ਨਿਰਮੋਹੀ ਸ਼ਹਿਰ ਕਿਹਾ ਜਾਂਦਾ ਹੈ, ਜਿੱਥੇ ਹੋਰਾਂ ਨਾਲ ਹਮਦਰਦੀ ਨਹੀਂ ਪ੍ਰਗਟਾਈ ਜਾਂਦੀ, ਸਗੋਂ ਨਫ਼ਰਤ ਕੀਤੀ ਜਾਂਦੀ ਹੈ। ਪਿੰਡ ਵਿੱਚ ਅਜਨਬੀ ਨੂੰ ਖਾਣਾ ਹੀ ਨਹੀਂ ਖਵਾਇਆ ਜਾਂਦਾ, ਉਸ ਦੇ ਰਹਿਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਜਿਉਂ-ਜਿਉਂ ਜੀਵਨ ਦੀ ਰਫ਼ਤਾਰ ਤੇਜ਼ ਅਤੇ ਪਰਸਪਰ ਨਿਰਭਰਤਾ ਘਟਦੀ ਹੈ, ਤਿਉਂ-ਤਿਉਂ ਜੀਵਨ ਵਿੱਚ ਹਮਦਰਦੀ ਲੋਪ ਹੁੰਦੀ ਜਾਂਦੀ ਹੈ। ਭੀੜ ਭੜੱਕੇ ਵਾਲੀਆਂ ਥਾਵਾਂ 'ਤੇ ਹਰ ਕੋਈ ਧੱਕੇ ਮਾਰ ਰਿਹਾ ਪ੍ਰਤੀਤ ਹੁੰਦਾ ਹੈ। ਧਨ ਅਤੇ ਅਹੁਦਾ ਵਧਣ ਨਾਲ ਮਨੁੱਖ ਨਰਮ ਨਹੀਂ ਰਹਿੰਦਾ, ਸਖਤ ਹੋ ਜਾਂਦਾ ਹੈ। ਇੱਕ ਵਾਰੀ ਸ਼ਹਿਰੀ ਸਵਾਰੀਆਂ ਨਾਲ ਭਰੀ ਬੱਸ ਸ਼ਿਮਲੇ ਜਾ ਰਹੀ ਸੀ। ਸਾਫ਼ ਕਮੀਜ਼ ਪਜਾਮੇ ਵਾਲੀ ਇੱਕ ਬਜ਼ੁਰਗ ਸਵਾਰੀ ਬੱਸ ਵਿੱਚ ਚੜ੍ਹੀ। ਸਭ ਪਾਸੇ ਮੁਸਕਰਾ ਕੇ ਵੇਖਿਆ ਅਤੇ ਕੋਈ ਖਾਲੀ ਸੀਟ ਲੱਭਣ ਦਾ ਯਤਨ ਕੀਤਾ, ਪਰ ਸਾਰੇ ਉਸ ਦੇ ਆਗਮਨ ਨਾਲ ਨਾਰਾਜ਼ ਸਨ। ਕਲੋਲਾਂ ਕਰ ਰਹੇ ਇੱਕ ਨਵੇਂ ਵਿਆਹੇ ਜੋੜੇ ਨੇ ਬਜ਼ੁਰਗ ਸਵਾਰੀ ਵੱਲ ਪਰੇਸ਼ਾਨੀ ਨਾਲ ਵੇਖਿਆ। ਉਹ 2 ਸਨ, ਪਰ ਉਹ 3 ਸੀਟਾਂ 'ਤੇ ਖੁੱਲ੍ਹੇ ਹੋ ਕੇ ਬਹਿ ਗਏ ਤਾਂ ਕਿ ਬਜ਼ੁਰਗ ਸਵਾਰੀ ਉੱਥੇ ਨਾ ਬਹਿ ਸਕੇ। ਇਹਨਾਂ ਦੀਆਂ ਕਲੋਲਾਂ ਨਾਲ ਚਿੜੀ ਹੋਈ ਇੱਕ ਜਨਾਨਾ ਸਵਾਰੀ ਨੇ ਉਸ ਬਜ਼ੁਰਗ ਨੂੰ ਘੂਰਵੀਂ ਨਜ਼ਰ ਨਾਲ ਆਪਣੇ ਨਾਲ ਦੀ ਸੀਟ 'ਤੇ ਬੈਠਣ ਤੋਂ ਰੋਕਿਆ। ਇੱਕ ਹੋਰ ਆਦਮੀ ਨੇ ਆਪਣੇ ਨਾਲ ਦੀ ਸੀਟ 'ਤੇ ਆਪਣਾ ਸੂਟਕੇਸ ਰੱਖ ਕੇ ਉਸ 'ਤੇ ਕਬਜ਼ਾ ਕਰ ਲਿਆ। ਇੱਕ ਹੋਰ ਅਖ਼ਬਾਰ ਫੈਲਾ ਕੇ ਨਾਲ ਦੀ ਸੀਟ 'ਤੇ ਭਰੀ ਹੋਣ ਦਾ ਵਿਖਾਵਾ ਕਰ ਰਿਹਾ ਸੀ। ਇੱਕ ਇਸਤਰੀ ਨੇ ਗੋਦੀ ਵਿੱਚ ਚੁੱਕੇ ਆਪਣੇ ਬੱਚੇ ਨੂੰ ਖਾਲੀ ਸੀਟ 'ਤੇ ਬਿਠਾ ਕੇ ਦੋਵੇਂ ਸੀਟਾਂ ਭਰ ਦਿੱਤੀਆਂ। ਉਹ ਬਜ਼ੁਰਗ ਸਾਰੀਆਂ ਸਵਾਰੀਆਂ ਦੇ ਉਪਰਾਲੇ ਵੇਖ ਰਿਹਾ ਸੀ ਅਤੇ ਸਾਰੀਆਂ ਸਵਾਰੀਆਂ ਉਸ ਨੂੰ ਆਪਣੇ ਨਾਲ ਬੈਠਣ ਤੋਂ ਰੋਕਣ ਵਿੱਚ ਰੁੱਝੀਆਂ ਹੋਈਆਂ ਸਨ। ਉਸ ਬਜ਼ੁਰਗ ਦਾ ਨੁਕਸ ਕੇਵਲ ਇਹ ਸੀ ਕਿ ਆਪਣੇ ਆਪ ਨੂੰ ਅਮੀਰ ਸਮਝਣ ਵਾਲੇ ਸ਼ਹਿਰੀਆਂ ਦੀ ਭਰੀ ਬੱਸ ਵਿੱਚ ਉਹ ਇਕੱਲਾ ਪੇਂਡੂ ਸੀ ਅਤੇ ਸਾਰਿਆਂ ਨੇ ਉਸ ਨੂੰ ਬੱਸ ਵਿੱਚ ਚੜ੍ਹਨ ਦੀ ਸਜ਼ਾ ਸੁਣਾ ਦਿੱਤੀ ਸੀ। ਇਸ ਬੱਸ ਦੀਆਂ ਸ਼ਹਿਰੀ ਸਵਾਰੀਆਂ ਕੋਲ ਸਭ ਕੁਝ ਸੀ, ਪਰ ਹਮਦਰਦੀ ਨਹੀਂ ਸੀ। ਕਿਸੇ ਪ੍ਰਤੀ ਹਮਦਰਦੀ ਕਿਸੇ ਕੋਲ ਕੁਝ ਨਾ ਹੋਣ ਕਾਰਨ ਨਹੀਂ, ਕਿਸੇ ਦਾ ਕੁਝ ਮਹੱਤਵਪੂਰਨ ਅਤੇ ਕੀਮਤੀ ਚੀਜ਼ ਗੁਆਚ ਜਾਣ ਨਾਲ ਉਪਜਦੀ ਹੈ। ਅਕਸਰ ਬਹੁਤਿਆਂ ਨੂੰ ਮਦਦ ਦੀ ਨਹੀਂ, ਹਮਦਰਦੀ ਦੀ ਲੋੜ ਹੁੰਦੀ ਹੈ। ਇਕੱਲੇ ਅਤੇ ਨਿਆਸਰੇ ਵਿਅਕਤੀ ਨੂੰ ਅਜੋਕਾ ਸੰਸਾਰ ਢਾਹ ਲੈਂਦਾ ਹੈ, ਪਰ ਆਪਣਿਆਂ ਅਤੇ ਅਜਨਬੀਆਂ ਦੀ ਹਮਦਰਦੀ ਮਿਲਣ ਨਾਲ ਉਹ ਉੱਠ ਖਲੋਂਦਾ ਹੈ। ਪਰਿਵਾਰ ਵਿੱਚ ਹਮਦਰਦੀ ਦੀ ਪਰਸਪਰ ਭਾਵਨਾ ਕਾਰਨ ਇੱਕ ਦਾ ਦੁੱਖ ਹਰ ਕਿਸੇ ਦਾ ਦੁੱਖ ਹੋ ਨਿਬੜਦਾ ਹੈ ਅਤੇ ਦੁੱਖ ਵੰਡਿਆ ਜਾਂਦਾ ਹੈ। ਹੋਰਾਂ ਦੇ ਦੁੱਖ ਵਿੱਚ ਸ਼ਾਮਲ ਹੋਣ ਨਾਲ ਸਾਡਾ ਆਪਣਾ ਦੁੱਖ ਵੀ ਘਟ ਜਾਂਦਾ ਹੈ। ਉਂਝ ਇਸਤਰੀ ਪੁਰਸ਼ ਨਾਲੋਂ ਕਮਜ਼ੋਰ ਹੁੰਦੀ ਹੈ, ਪਰ ਉਸ ਕੋਲ ਹਮਦਰਦੀ ਦੀ ਤਾਕਤ ਵਧੇਰੇ ਹੁੰਦੀ ਹੈ, ਜਿਸ ਨੂੰ ਮਮਤਾ ਕਿਹਾ ਜਾਂਦਾ ਹੈ। ਇਸ ਮਮਤਾ ਨਾਲ ਹੀ ਮਕਾਨ ਘਰ ਬਣਦਾ ਹੈ ਅਤੇ ਪਰਿਵਾਰ ਉਸਰਦਾ ਅਤੇ ਜੁੜਿਆ ਰਹਿੰਦਾ ਹੈ। ਇੱਕ ਵਾਰੀ ਇੱਕ ਹਮਦਰਦ ਨੇ ਵੱਖ ਰਹਿ ਰਹੇ ਪਤੀ ਪਤਨੀ ਦੀ ਇੱਕ ਹੋਟਲ ਵਿੱਚ ਮਿਲਣੀ ਦਾ ਪ੍ਰਬੰਧ ਕੀਤਾ।
ਕੁਝ ਮਿੰਟਾਂ ਦੀ ਗੱਲਬਾਤ ਉਪਰੰਤ ਪਤਨੀ ਨੇ ਪੁਰਾਣੀਆਂ ਵਧੀਕੀਆਂ ਨੂੰ ਦੁਹਰਾਉਂਦਿਆਂ ਕਿਹਾ, ਮੈਂ ਜਾ ਰਹੀ ਹਾਂ। ਪਤੀ ਨੂੰ ਪਤਾ ਸੀ ਕਿ ਇਸ ਮਗਰੋਂ ਉਹ ਕਦੇ ਨਹੀਂ ਆਏਗੀ। ਜਦੋਂ ਪਤਨੀ ਜਾਣ ਲੱਗੀ ਤਾਂ ਪਤੀ ਨੇ ਕਿਹਾ, ਕੋਈ ਚੰਗੀ ਗੱਲ ਕਹਿ ਕੇ ਜਾ। ਜਦੋਂ ਪਤਨੀ ਰੁਕ ਗਈ ਪਰ ਚੁੱਪ ਹੀ ਰਹੀ ਤਾਂ ਪਤੀ ਨੇ ਕਿਹਾ, ਮੈਨੂੰ ਤੇਰੀ ਹਮਦਰਦੀ ਦੀ ਲੋੜ ਹੈ। ਮੈਂ ਜਾਣਦਾ ਹਾਂ ਅਤੇ ਮੰਨਦਾ ਹਾਂ ਕਿ ਮੈਂ ਤੇਰੀਆਂ ਆਸਾਂ 'ਤੇ ਪੂਰਾ ਨਹੀਂ ਉਤਰਿਆ, ਪਰ ਹੁਣ ਮੈਂ ਆਪਣੇ ਯਤਨਾਂ ਨਾਲ ਚੰਗਾ ਇਨਸਾਨ ਬਣਾਂਗਾ। ਤੂੰ ਮੈਨੂੰ ਚੰਗਾ ਪਤੀ ਅਤੇ ਚੰਗਾ ਪਿਤਾ ਬਣਨ ਵਿੱਚ ਸਹਿਯੋਗ ਦੇ। ਪਤਨੀ ਨੂੰ ਪਹਿਲੀ ਵਾਰ ਪਤੀ ਦੇ ਬੋਲਾਂ ਵਿੱਚ ਸੁਹਿਰਦਤਾ ਸੁਣਾਈ ਦਿੱਤੀ। ਜਦੋਂ ਪਤਨੀ ਦੇ ਮਨ ਵਿੱਚੋਂ ਨਫ਼ਰਤ ਪਿਘਲ ਗਈ ਤਾਂ ਹਮਦਰਦੀ ਜਾਗ ਪਈ। ਜਿਹੜੀ ਪਤਨੀ ਜਾਣ ਵਾਸਤੇ ਖਲੋਤੀ ਹੋਈ ਸੀ ਉਹ ਬਹਿ ਗਈ। ਹਮਦਰਦੀ ਅਤੇ ਲੰਮੀ ਸੋਚ ਉੱਭਰਨ ਕਾਰਨ ਟੁੱਟਿਆ ਹੋਇਆ ਰਿਸ਼ਤਾ ਜੁੜ ਗਿਆ। ਬੱਸ, ਗੱਡੀ, ਹਵਾਈ ਜਹਾਜ਼ ਦੀ ਯਾਤਰਾ ਵਿੱਚ ਸਵਾਰੀਆਂ ਦਾ ਦਰਜਾ ਜਿਉਂ-ਜਿਉਂ ਉੱਚਾ ਹੁੰਦਾ ਜਾਂਦਾ ਹੈ, ਤਿਉਂ-ਤਿਉਂ ਹਮਦਰਦੀ ਘਟਦੀ ਜਾਂਦੀ ਹੈ। ਅਜੋਕੇ ਸਮੇਂ ਵਿੱਚ ਭਾਵੇਂ ਸਾਡੀ ਦ੍ਰਿਸ਼ਟੀ ਆਲਮੀ ਹੋ ਗਈ ਹੈ, ਪਰ ਸਾਡੀਆਂ ਸੋਚਾਂ ਸੁੰਗੜ ਗਈਆਂ ਹਨ। ਜੀਵਨ ਵਧੇਰੇ ਮੰਨਣ ਯੋਗ ਹੋ ਗਿਆ ਹੈ, ਪਰ ਜੀਵਨ ਦੀਆਂ ਤਸੱਲੀਆਂ ਗੁਆਚ ਗਈਆਂ ਹਨ। ਹੁਣ ਪੰਜਾਬ ਦਾ ਗੁਆਂਢ ਹਰਿਆਣਾ, ਹਿਮਾਚਲ, ਕਸ਼ਮੀਰ ਜਾਂ ਰਾਜਸਥਾਨ ਨਹੀਂ ਰਹੇ। ਹੁਣ ਸਾਡਾ ਗੁਆਂਢ ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਆਸਟ੍ਰੇਲੀਆ ਬਣ ਗਏ ਹਨ। ਹਰ ਕੋਈ ਨਵੇਂ ਗੁਆਂਢ ਵੱਲ ਦੌੜ ਰਿਹਾ ਹੈ। ਮੁਕਾਬਲੇ ਦੀ ਦੌੜ ਵਾਲੇ ਅਜੋਕੇ ਦੌਰ ਵਿੱਚ ਹੁਣ ਜੇ ਕਿਸੇ ਨੂੰ ਤੁਸੀਂ ਆਪਣੇ ਦਰਦ ਦੱਸੋਗੇ ਤਾਂ ਅੱਗੋਂ ਦੁੱਗਣੇ ਤਿੱਗਣੇ ਸੁਣਨੇ ਪੈਣਗੇ। ਪ੍ਰਤੀਤ ਹੁੰਦਾ ਹੈ ਕਿ ਹੁਣ ਹਮਦਰਦੀ ਵਾਲੇ ਬੰਦੇ ਜੰਮਣੇ ਹੀ ਬੰਦ ਹੋ ਗਏ ਹਨ। ਹੁਣ ਹਮਦਰਦੀ ਪ੍ਰਗਟਾਉਣਾ ਵਪਾਰ ਬਣ ਗਿਆ ਹੈ। ਹਮਦਰਦੀ ਹੀ ਰਹਿਣੀ ਚਾਹੀਦੀ ਹੈ। ਇਹ ਸੌਦਾ ਜਾਂ ਅਧਿਕਾਰ ਨਹੀਂ ਬਣਨੀ ਚਾਹੀਦੀ। ਹਮਦਰਦੀ ਸੰਬੰਧੀ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਹਮਦਰਦੀ ਦੀ ਉਮਰ ਲੰਮੀ ਨਹੀਂ ਹੁੰਦੀ ਅਤੇ ਇਹ ਬਾਰ-ਬਾਰ ਨਹੀਂ ਮਿਲਦੀ। ਹਮਦਰਦੀ ਦਾ ਅਸਲੀ ਉਦੇਸ਼ ਡਿੱਗੇ ਨੂੰ ਉਠਾਉਣਾ ਅਤੇ ਰੁਕੇ ਨੂੰ ਰਵਾਨਾ ਕਰਨਾ ਹੁੰਦਾ ਹੈ, ਪਰ ਖਲੋਣਾ ਅਤੇ ਚੱਲਣਾ ਸਾਨੂੰ ਆਪਣੇ ਪੈਰਾਂ ਨਾਲ ਪਏਗਾ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।